Hello students, I am Rakesh, Assistant Professor in Modern College of Education, Birkala. ਅੱਜ ਆਪਾਂ B.Ed semester 4th subject reading and reflecting on text the important question NPE 1986 National Policy on Education 1986 ਇਹ ਡਰਾਫਟ ਕਿਸ ਤਰ੍ਹਾਂ ਬਣ ਕੇ ਤਿਆਰ ਹੋਇਆ, ਇਹ ਮਹਾਨ ਦਸਤਾਵੇਜ਼ ਕਿਸ ਤਰ੍ਹਾਂ ਇਹ ਬਣਾਇਆ ਗਿਆ, ਇਸ ਤੇ ਵਿਚਾਰ ਕਰਦੇ ਹਾਂ। ਸਟੂਡੈਂਟਸ, NPE 1986 ਦੀ ਜੋ ਪਾਲਿਸੀ ਹੈ, ਜੋ ਇਹ ਦਸਤਾਵੇਜ਼ ਹੈ, ਅੱਜ ਦੀ ਭਾਰਤੀ ਸਿੱਖਿਆ ਪ੍ਰਣਾਲੀ ਦਾ ਆਧਾਰ ਹੈ। ਅੱਜ ਸਾਰੇ ਦੇਸ਼ ਦੇ ਵਿੱਚ ਇੱਕਸਾਰ ਸਿੱਖਿਆ ਪ੍ਰਣਾਲੀ ਲਾਗੂ ਹੈ, ਤਾਂ ਇਸ ਦਾ ਸਿਹਰਾ NPE 1986 ਨੂੰ ਹੀ ਜਾਂਦਾ ਹੈ। ਇਹ ਦਸਤਾਵੇਜ਼ ਭਾਰਤੀ ਸਿੱਖਿਆ ਦਾ ਖਜ਼ਾਨਾ ਹੈ। ਇਹ ਕਿਸ ਤਰ੍ਹਾਂ ਬਣ ਕੇ ਤਿਆਰ ਹੋਇਆ, ਹਿਸਟੋਰੀਕਲ ਬੈਕਗਰਾਉਂਡ ਆਫ ਪਾਲਿਸੀ, ਇਤਿਹਾਸਿਕ ਪਿਛੋਕੜ ਕੀ ਸੀ ਇਸ ਦਾ, ਆਪਾਂ ਉਸ ਤੇ ਡਿਟੇਲ ਦੇ ਵਿੱਚ ਡਿਸਕਸ਼ਨ ਕਰਦੇ ਹਾਂ। ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ 1948-49 ਦੇ ਵਿੱਚ ਯੂਨੀਵਰਸਿਟੀ ਐਜੂਕੇਸ਼ਨ ਕਮਿਸ਼ਨ ਅਤੇ ਫਿਰ 1952-53 ਦੇ ਵਿੱਚ ਸੈਕੰਡਰੀ ਐਜੂਕੇਸ਼ਨ ਕਮਿਸ਼ਨ ਨਿਯੁਕਤ ਕੀਤਾ ਗਿਆ। ਇਹ ਦੋਨੇ ਕਮਿਸ਼ਨ ਸਿੱਖਿਆ ਦੇ ਮਨੋਰਥ ਨੂੰ, ਜੋ ਭਾਰਤ ਦੇ ਵਿੱਚ ਸਿੱਖਿਆ ਦਾ ਏਮ ਸੀ, ਉਸ ਨੂੰ ਪੂਰਾ ਕਰਨ ਦੇ ਵਿੱਚ ਕਾਮਯਾਬ ਨਾ ਹੋ ਸਕੀ, ਕਿਉਂਕਿ ਸਰਕਾਰ ਸਿੱਖਿਆ ਦੇ ਹਰ ਖੇਤਰ ਦੇ ਵਿੱਚ, ਸਿੱਖਿਆ ਦੇ ਹਰ ਲੈਵਲ ਤੇ ਸੁਧਾਰ ਕਰਨਾ ਚਾਹੁੰਦੀ ਸੀ। ਇਸ ਲਈ ਸਰਕਾਰ ਨੇ 1964 ਈਸਵੀ ਦੇ ਵਿੱਚ DS ਕੋਠਾਰੀ, ਜੋ ਕਿ ਉਸ ਸਮੇਂ UGC ਦੇ ਚੇਅਰਮੈਨ ਵੀ ਸਨ, ਉਹਨਾਂ ਦੀ ਚੇਅਰਮੈਨਸ਼ਿਪ ਦੇ ਵਿੱਚ ਇੱਕ ਕਮਿਸ਼ਨ ਨਿਯੁਕਤ ਕੀਤਾ, ਜਿਸ ਨੂੰ ਕੋਠਾਰੀ ਐਜੂਕੇਸ਼ਨ ਕਮਿਸ਼ਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸਰਕਾਰ ਨੇ ਇੱਕ ਸਿੱਖਿਆ ਨੀਤੀ ਸਾਰੇ ਦੇਸ਼ ਦੇ ਲਈ ਲਾਗੂ ਕਰਨ ਦਾ ਫੈਸਲਾ ਕੀਤਾ। ਇਸ ਦੀਆਂ ਰਿਕਮੈਂਡੇਸ਼ਨ ਤੋਂ ਬਾਅਦ 1968 ਈਸਵੀ ਦੇ ਵਿੱਚ ਇੱਕ ਸਿੱਖਿਆ ਨੀਤੀ ਬਣ ਕੇ ਤਿਆਰ ਹੋ ਗਈ, ਪਰ ਉਹ ਸਾਰੇ ਦੇਸ਼ ਵਿੱਚ ਲਾਗੂ ਨਾ ਹੋ ਸਕੀ। ਇਸ ਦਾ ਰੀਜ਼ਨ ਸੀ ਕਿ ਦੇਸ਼ ਦੇ ਵਿੱਚ ਉਸ ਸਮੇਂ ਕਾਂਗਰਸੀ ਸਰਕਾਰ ਸੀ, ਔਰ ਜਿਨ੍ਹਾਂ ਸਟੇਟਾਂ ਦੇ ਵਿੱਚ ਕਾਂਗਰਸੀ ਸਰਕਾਰ ਨਹੀਂ ਸੀ, ਯਾਨੀ ਕਿ ਗੈਰ ਕਾਂਗਰਸੀ ਸਰਕਾਰਾਂ ਸਨ, ਉਹਨਾਂ ਨੇ ਇਸ ਡਰਾਫਟ ਨੂੰ ਲਾਗੂ ਕਰਨ ਦੇ ਵਿੱਚ ਕੋਈ ਦਿਲਚਸਪੀ ਨਾ ਲਈ। ਸਰਕਾਰ ਇਸ ਨੂੰ ਠੋਸ ਰੂਪ ਦੇ ਵਿੱਚ ਲਾਗੂ ਨਾ ਕਰਵਾ ਸਕੀ। ਇਸ ਦਾ ਇੱਕ ਵੱਡਾ ਕਾਰਨ ਸੀ ਕਿ ਉਸ ਸਮੇਂ ਸਿੱਖਿਆ ਸਟੇਟ ਲਿਸਟ ਦੇ ਵਿੱਚ ਰਾਜ ਵਿਸ਼ਾ ਸੀ। ਰਾਜ ਵਿਸ਼ਾ ਹੋਣ ਕਰਕੇ ਸਰਕਾਰਾਂ ਦੀ ਮਰਜ਼ੀ ਸੀ ਕਿ ਉਹ ਇਸ ਨੂੰ ਆਪਣੀ ਸਟੇਟ ਵਿੱਚ ਲਾਗੂ ਕਰਨ ਔਰ ਨਾ ਕਰਨ। ਇਸ ਲਈ ਇਹ ਜੋ ਕੋਠਾਰੀ ਐਜੂਕੇਸ਼ਨ ਕਮਿਸ਼ਨ ਸੀਗਾ, ਇਹ ਫੇਲ ਹੋ ਗਿਆ ਇੱਕ ਤਰ੍ਹਾਂ, ਔਰ ਇੱਕ ਤਰ੍ਹਾਂ ਇਹ ਅਸੀਂ ਕਹਿ ਸਕਦੇ ਹਾਂ ਕਿ ਸਾਰੇ ਦੇਸ਼ ਵਿੱਚ ਲਾਗੂ ਨਾ ਹੋਣ ਕਾਰਨ ਇਤਿਹਾਸ ਬਣ ਕੇ ਹੀ ਰਹਿ ਗਿਆ। ਸਰਕਾਰ ਆਪਣੀ ਇਸ ਗਲਤੀ ਨੂੰ ਸੁਧਾਰਨਾ ਚਾਹੁੰਦੀ ਸੀ। ਸਰਕਾਰ ਇਸ ਦੀ ਅਸਫਲਤਾ ਤੇ ਬਹੁਤ ਜ਼ਿਆਦਾ ਚਿੰਤਤ ਸੀ। ਇਸ ਲਈ ਜਲਦੀ ਹੀ ਉਹਨਾਂ ਨੇ 42 ਅਮੈਂਡਮੈਂਟ 42ਵੀਂ ਸੰਸ਼ੋਧਨ ਸੰਵਿਧਾਨ ਦੇ ਵਿੱਚ ਕੀਤੀ। 1976 ਦੇ ਵਿੱਚ 42 ਅਮੈਂਡਮੈਂਟ ਲੈ ਕੇ ਆਈ, ਔਰ ਇਸ 42 ਅਮੈਂਡਮੈਂਟ ਦੇ ਨਾਲ ਜਿਹੜਾ ਸਿੱਖਿਆ ਰਾਜ ਸੂਚੀ ਸੀ, ਸਟੇਟ ਲੈਵਲ ਦਾ ਸਬਜੈਕਟ ਸੀ, ਹੁਣ ਇਸ ਨੂੰ ਸਮਵਰਤੀ ਸੂਚੀ ਕੰਕਰੈਂਟ ਲਿਸਟ ਵਿੱਚ ਲੈ ਲਿਆ ਗਿਆ। ਕੰਕਰੈਂਟ ਲਿਸਟ ਵਿੱਚ ਲੈਣ ਤੋਂ ਬਾਅਦ ਹੁਣ ਕੇਂਦਰ ਸਰਕਾਰ, ਸੈਂਟਰ ਦੀ ਸਰਕਾਰ ਇਸ ਨੂੰ ਸਾਰੇ ਦੇਸ਼ ਦੇ ਵਿੱਚ ਲਾਗੂ ਕਰਵਾ ਸਕਦੀ ਸੀ। ਤਾਂ 1977 ਦੇ ਵਿੱਚ 1977 ਦੇ ਵਿੱਚ ਦੇਸ਼ ਦੇ ਵਿੱਚ ਜਨਤਾ ਪਾਰਟੀ ਸਰਕਾਰ ਆਈ। ਜਨਤਾ ਪਾਰਟੀ ਸਰਕਾਰ ਇਸ ਨੂੰ ਸਿੱਖਿਆ ਦੀ ਇਸ ਪਾਲਿਸੀ ਨੂੰ ਲਾਗੂ ਕਰਵਾਉਣਾ ਚਾਹੁੰਦੀ ਸੀ। ਸਿੱਖਿਆ ਦੇ ਪ੍ਰਤੀ ਬਹੁਤ ਜ਼ਿਆਦਾ ਗੰਭੀਰ ਸੀ, ਪਰ ਇੱਕ ਵਾਰੀ ਫੇਰ ਇਹ ਸਿੱਖਿਆ ਦਾ ਜਿਹੜਾ ਵਿਸ਼ਾ ਹੈ
ਦੇਸ਼ ਦੀ ਰਾਜਨੀਤੀ ਦਾ ਸ਼ਿਕਾਰ ਹੋ ਗਿਆ, ਕਿਉਂਕਿ ਹਜੇ ਇਹ ਪਾਲਿਸੀ ਵਿਚਾਰ ਅਧੀਨ ਹੀ ਸੀ ਕਿ ਦੇਸ਼ ਦੇ ਵਿੱਚ ਸੈਂਟਰ ਦੇ ਵਿੱਚ ਜਨਤਾ ਪਾਰਟੀ ਸਰਕਾਰ ਗਿਰ ਗਈ, ਸਰਕਾਰ ਨਾ ਰਹੀ। 1983 ਈਸਵੀ ਦੇ ਵਿੱਚ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਰਾਜੀਵ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਉਹਨਾਂ ਨੇ ਆਪਣੇ ਪਹਿਲੇ ਹੀ ਭਾਸ਼ਣ ਦੇ ਵਿੱਚ ਦੇਸ਼ ਨੂੰ ਇੱਕ ਨਵੀਂ ਸਿੱਖਿਆ ਨੀਤੀ ਦੇਣ ਦੀ ਘੋਸ਼ਣਾ ਕੀਤੀ ਔਰ ਉਹਨਾਂ ਨੇ 1985 ਦੇ ਵਿੱਚ ਚੈਲੰਜ ਆਫ ਐਜੂਕੇਸ਼ਨ, ਸਿੱਖਿਆ ਇੱਕ ਵੰਗਾਰ ਨਾਂ ਤੇ ਦਸਤਾਵੇਜ਼, ਇੱਕ ਚੈਲੰਜ ਆਫ ਐਜੂਕੇਸ਼ਨ, ਸਿੱਖਿਆ ਇੱਕ ਵੰਗਾਰ ਨਾਂ ਤੇ ਇੱਕ ਦਸਤਾਵੇਜ਼ ਲਾਗੂ ਕਰਵਾਇਆ, ਇੱਕ ਦਸਤਾਵੇਜ਼ ਬਣ ਕੇ ਤਿਆਰ ਕਰਵਾਇਆ। ਇਸ ਦਸਤਾਵੇਜ਼ ਦੀਆਂ ਕਾਪੀਆਂ ਸਾਰੇ ਦੇਸ਼ ਦੇ ਵਿੱਚ ਭੇਜੀਆਂ ਗਈਆਂ, ਯੂਨੀਵਰਸਿਟੀਆਂ ਦੇ ਵਿੱਚ, ਕਾਲਜਾਂ ਦੇ ਵਿੱਚ, ਸਿੱਖਿਆ ਸ਼ਾਸਤਰੀਆਂ ਕੋਲੇ, ਵਿਦਵਾਨਾਂ ਕੋਲੇ ਇਸ ਦੀਆਂ ਸਾਰੇ ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਇਸ ਦੀਆਂ ਕਾਪੀਆਂ ਭੇਜੀਆਂ ਗਈਆਂ। ਸਰਕਾਰ ਸਿੱਖਿਆ ਦੇ ਮਸਲੇ ਤੇ ਇੰਨਾ ਜ਼ਿਆਦਾ ਗੰਭੀਰ ਸੀ ਕਿ ਇਸ ਦੀਆਂ ਕਾਪੀਆਂ ਲਗਭਗ ਹਰੇਕ ਖੇਤਰੀ ਭਾਸ਼ਾ ਦੇ ਵਿੱਚ ਬਣਾਈਆਂ ਗਈਆਂ। ਇਸ ਦੀਆਂ 5,80,000 ਕਾਪੀਆਂ ਇੰਗਲਿਸ਼ ਦੇ ਵਿੱਚ, 2,40,000 ਕਾਪੀਆਂ ਹਿੰਦੀ ਦੇ ਵਿੱਚ, 4,000 ਕਾਪੀਆਂ ਉਰਦੂ ਦੇ ਵਿੱਚ ਛਪਵਾਈਆਂ ਗਈਆਂ। ਦੇਸ਼ ਦੇ ਬਹੁਤ ਸਾਰੇ ਵਿਦਵਾਨਾਂ ਦੀਆਂ ਰਾਏ ਤੋਂ ਬਾਅਦ ਬਹੁਤ ਸਾਰੇ ਸੁਝਾਅ ਪ੍ਰਾਪਤ ਹੋਏ ਔਰ ਉਹਨਾਂ ਸਾਰਿਆਂ ਦੀਆਂ ਰਾਏ ਲੈਣ ਤੋਂ ਬਾਅਦ, ਸੁਝਾਅ ਪ੍ਰਾਪਤ ਹੋਣ ਤੋਂ ਬਾਅਦ ਇਹ ਤੇ ਸੈਂਟਰਲ ਐਡਵਾਈਜ਼ਰੀ ਬੋਰਡ ਆਫ ਐਜੂਕੇਸ਼ਨ ਕੈਬ ਦੀ ਮੀਟਿੰਗਾਂ ਹੋਈਆਂ। ਸਰਕਾਰ ਨੇ ਇਸ ਤੇ ਵਿਚਾਰ ਵਿਮਰਸ਼ ਕਰਨ ਦੇ ਲਈ 29 ਸੈਮੀਨਾਰ ਕਰਵਾਏ ਔਰ ਉਸ ਤੋਂ ਬਾਅਦ ਇਸ ਦਾ ਸੋਧ ਰੂਪ, ਇਸ ਤੇ ਵਿਚਾਰ ਵਿਮਰਸ਼ ਕਰਨ ਤੋਂ ਬਾਅਦ ਇਸ ਡਰਾਫਟ ਨੂੰ ਸਰਕਾਰ ਕੋਲੇ ਭੇਜਿਆ ਗਿਆ। ਸਰਕਾਰ ਨੇ ਇਸ ਡਰਾਫਟ ਨੂੰ ਪਹਿਲਾਂ ਲੋਕ ਸਭਾ ਦੇ ਵਿੱਚ ਔਰ ਫਿਰ 13 ਮਈ 1986 ਨੂੰ ਰਾਜ ਸਭਾ ਦੇ ਵਿੱਚ ਪਾਸ ਕਰਵਾਇਆ। ਉਸ ਤੋਂ ਬਾਅਦ ਇਹ ਅਗਸਤ 1986 ਈਸਵੀ ਦੇ ਵਿੱਚ ਇਸ ਸੰਬੰਧ ਦੇ ਵਿੱਚ ਪ੍ਰੋਗਰਾਮ ਆਫ ਐਕਸ਼ਨ ਬਣ ਕੇ ਤਿਆਰ ਹੋ ਗਿਆ ਔਰ ਇਸ ਤੇ ਅਮਲ ਸ਼ੁਰੂ ਹੋ ਗਿਆ। ਸੋ ਇਹ ਸੀ ਸਾਡੇ ਕੋਲੇ ਕਿ ਕਿਸ ਤਰ੍ਹਾਂ 1986 ਦੀ ਪਾਲਿਸੀ, ਇਹ ਮਹਾਨ ਦਸਤਾਵੇਜ਼, ਭਾਰਤੀ ਸਿੱਖਿਆ ਦਾ ਇਹ ਖਜ਼ਾਨਾ ਕਿਸ ਤਰ੍ਹਾਂ ਬਣ ਕੇ ਤਿਆਰ ਹੋਇਆ, ਕਿਸ ਤਰ੍ਹਾਂ ਇਹ ਉਸ ਤੋਂ ਬਾਅਦ ਸਾਰੇ ਦੇਸ਼ ਵਿੱਚ ਲਾਗੂ ਹੋਇਆ। ਇਹ ਸੀ ਇਸ ਦਾ ਇਤਿਹਾਸਕ ਪਿਛੋਕੜ। ਇਸ ਨੂੰ ਕੌਮੀ ਸਿੱਖਿਆ ਨੀਤੀ ਨੂੰ 12 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਉਹ 12 ਭਾਗਾਂ ਤੇ ਆਪਾਂ ਨੈਕਸਟ ਲੈਕਚਰ ਦੇ ਵਿੱਚ ਡਿਸਕਸ਼ਨ ਕਰਾਂਗੇ। ਅੱਜ ਦੇ ਲਈ ਇੰਨਾ ਹੀ। ਧੰਨਵਾਦ। ਥੈਂਕਸ।